ਜੀਓਗ੍ਰਾਫੀ ਦੀ ਅੱਜ ਦੀ ਕਲਾਸ ਵਿੱਚ तमाम ਵਿਦਿਆਰਥੀਆਂ ਦਾ ਔਰ ਉਹਨਾਂ ਦੇ ਬਹੁਤ ਹੀ ਰਿਸਪੈਕਟਡ ਅਧਿਆਪਕ ਸਾਥੀਆਂ ਦਾ ਬਹੁਤ ਹੀ ਨਿੱਘਾ ਸਵਾਗਤ ਹੈ। ਪਿਆਰੇ ਬੱਚੋ, ਮੈਂ ਤਜਿੰਦਰ ਸਿੰਘ ਇੱਕ ਵਾਰ ਫਿਰ ਹਾਜ਼ਰ ਹਾਂ ਤੁਹਾਡੇ ਰੂਬਰੂ। ਤੁਹਾਡਾ ਟੌਪਿਕ ਐਗਰੀਕਲਚਰ ਜੀਓਗ੍ਰਾਫੀ ਦਾ ਲੈਂਡ ਯੂਜ਼ ਨੂੰ ਲੈ ਕੇ। ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਜਿਹੜੀ ਭੂਮੀ ਹੈ ਜਾਂ ਜ਼ਮੀਨ ਜੋ ਹੈ ਉਹਦੀ ਕਿਸ ਤਰ੍ਹਾਂ ਦੇ ਨਾਲ ਵਰਤੋਂ ਅਸੀਂ ਕਰਦੇ ਹਾਂ, ਕਿਸ ਤਰ੍ਹਾਂ ਕੀਤੀ ਜਾਂਦੀ ਹੈ, ਉਹਦੇ 'ਚ ਕਿਹੜੇ ਟੌਪਿਕਸ ਜਿਹੜੇ ਤੁਹਾਡੇ ਸਿਲੇਬਸ ਦੇ ਹਿਸਾਬ ਨਾਲ ਬਣਦੇ ਆ, ਜਾਂ ਫਿਰ ਉਹਨਾਂ ਨਾਲ ਐਡੀਸ਼ਨਲ ਜਾਣਕਾਰੀ ਮੈਂ ਤੁਹਾਨੂੰ ਕਿੰਨੀ ਕੁ ਦੇ ਸਕਦਾ ਹਾਂ ਔਰ ਉਹਦੇ ਉੱਪਰ ਆਧਾਰਿਤ ਕਿੰਨੇ ਕੁ ਜਿਹੜੇ ਪ੍ਰਸ਼ਨ ਆਉਣਗੇ, ਕਿਹੋ ਜਿਹੇ ਪ੍ਰਸ਼ਨ ਆਉਣਗੇ, ਉਹ ਆਪਾਂ ਫਿਰ ਡਿਸਕਸ ਕਰਾਂਗੇ। ਚਲੋ ਆਓ ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ ਦੇ ਵਿੱਚ ਟੌਪਿਕ। ਸਭ ਤੋਂ ਪਹਿਲਾਂ ਜਿਹੜੀ ਜ਼ਮੀਨ ਹੈ, ਲੈਂਡ ਹੈ, ਉਹ ਲਿਮਿਟਿਡ ਹੈ। ਜਦੋਂ ਬੁੱਧ ਦਾ ਜ਼ਮਾਨਾ ਸੀ ਤਾਂ ਸਾਡੇ ਪੂਰੇ ਮੁਲਕ ਦੀ ਜਿਹੜੀ ਪਾਪੂਲੇਸ਼ਨ ਹੈ ਜਾਂ ਵਸੋਂ ਹੈ ਉਹ 20 ਕਰੋੜ ਦੇ ਆਸ-ਪਾਸ ਸੀ। ਇਸ ਵਕਤ ਜੋ ਪ੍ਰੋਜੈਕਟਡ ਪਾਪੂਲੇਸ਼ਨ ਹੈ, ਕਿਉਂਕਿ 2022 ਆ ਗਿਆ, 2021 ਦਾ ਡਾਟਾ ਜਿਹੜਾ ਉਹ ਸਾਡੇ ਕੋਲ ਅਜੇ ਨਹੀਂ ਆਇਆ, ਪਰ ਜੋ ਇੱਕ ਅੰਦਾਜ਼ਾ ਅਸੀਂ ਲਗਾਉਂਦੇ ਹਾਂ ਕਿ ਸਾਡੀ ਜਿਹੜੀ ਮੁਲਕ ਦੀ ਵਸੋਂ ਹੈ ਉਹ 140 ਕਰੋੜ ਦੇ ਆਸ-ਪਾਸ ਜਿਹੜੀ ਉਹ ਹੋ ਚੁੱਕੀ ਹੈ। ਹਾਲਾਂਕਿ ਗਰੋਥ ਰੇਟ ਘਟੀ ਹੈ, 2001 ਵਿੱਚ ਵੀ ਥੱਲੇ ਆਈ, 2011 ਵਿੱਚ ਔਰ 2021 ਦੇ ਵਿੱਚ ਵੀ ਜਿਹੜੀ ਗਰੋਥ ਰੇਟ ਹੈ, ਵਸੋਂ ਦੇ ਵਾਧੇ ਦੀ ਦਰ ਹੈ, ਉਹ ਘਟੀ ਹੈ। ਪਰ ਫਿਰ ਵੀ ਸਾਡੀ ਜਿਹੜੀ ਕੁੱਲ ਵਸੋਂ ਹੈ ਉਹ 1 ਅਰਬ ਔਰ 40 ਕਰੋੜ ਦੇ ਆਸ-ਪਾਸ ਜਿਹੜੀ ਉਹ ਪਹੁੰਚ ਚੁੱਕੀ ਹੈ। ਪਰ ਜ਼ਮੀਨ ਸਾਡੀ ਓਨੀ ਦੀ ਓਨੀ ਆ। ਅਸਲ ਦੇ ਵਿੱਚ ਸਾਡੀ ਜ਼ਮੀਨ ਹੋਰ ਘੱਟ ਗਈ, ਕਿਉਂਕਿ ਜਦੋਂ ਮੁਲਕ ਆਜ਼ਾਦ ਹੋਇਆ 1947 ਦੇ ਵਿੱਚ 15 ਅਗਸਤ ਨੂੰ, ਥੋੜ੍ਹੇ ਦਿਨਾਂ ਤੱਕ ਆਪਾਂ ਯੌਮੇ ਆਜ਼ਾਦੀ ਦਾ ਦਿਨ ਮਨਾ ਰਹੇ ਹਾਂ, ਆਜ਼ਾਦੀ ਦਿਵਸ, ਸੁਤੰਤਰਤਾ ਦਿਵਸ ਜਾਂ ਇੰਡੀਪੈਂਡੈਂਸ ਡੇ, ਤਾਂ ਸਾਡਾ ਮੁਲਕ ਜਿਹੜਾ ਆ ਉਹ ਦੋ ਹਿੱਸਿਆਂ 'ਚ ਤਕਸੀਮ ਹੋ ਗਿਆ। ਇੱਕ ਪਾਸੇ ਬਣ ਗਿਆ ਤੁਹਾਡਾ ਪੱਛਮੀ ਪਾਕਿਸਤਾਨ ਔਰ ਦੂਸਰੇ ਪਾਸੇ ਪੂਰਬੀ ਪਾਕਿਸਤਾਨ, ਮਗਰਬੀ ਔਰ ਮਸ਼ਰਕੀ ਪਾਕਿਸਤਾਨ। 2021 ਦੇ ਵਿੱਚ ਹੁਣ ਜਿਹੜਾ ਅਸੀਂ 2022 ਦੇ ਵਿੱਚ 75ਵਾਂ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਮਨਾ ਰਹੇ ਹਾਂ। ਇਹਦੇ ਵਿੱਚ ਅਸੀਂ ਦੇਸ਼ ਦੀ ਆਜ਼ਾਦੀ ਦੇ 75 ਵਰ੍ਹੇ ਪੂਰੇ ਕਰ ਲਏ ਹਨ। ਔਰ 1947 ਵਿੱਚ ਸਾਡੇ ਮੁਲਕ ਦੀ ਜ਼ਮੀਨ ਹੋਰ ਘੱਟ ਗਈ ਸੀ। ਇੱਕ ਪਾਸੇ ਜਿਸ ਤਰ੍ਹਾਂ ਮੈਂ ਦੱਸਿਆ ਕਿ ਪੂਰਬੀ ਪਾਕਿਸਤਾਨ ਬਣ ਗਿਆ, ਜਿਹੜਾ ਕਿ ਹੁਣ ਬੰਗਲਾਦੇਸ਼ ਹੈ, 1971 ਵਿੱਚ ਬਣਿਆ। ਦੂਸਰੇ ਪਾਸੇ ਪੱਛਮੀ ਪਾਕਿਸਤਾਨ ਬਣ ਗਿਆ। ਸੋ ਲੈਂਡ ਹੋਰ ਘੱਟ ਗਈ, ਜਦ ਕਿ ਸਾਡੀ ਵਸੋਂ ਜਿਹੜੀ ਹੈ ਉਹ ਉਸ ਅਨੁਪਾਤ ਨਾਲ ਕਿੰਨੀ ਬੇਤਹਾਸ਼ਾ ਵਧੀ ਹੈ। ਸੋ ਉਸ ਲਿਮਿਟਿਡ ਜ਼ਮੀਨ ਦਾ ਅਸੀਂ ਕਿੱਦਾਂ ਵਰਤੋਂ ਕਰਦੇ ਹਾਂ, ਉਹਦੇ ਕਈ ਫੈਕਟਰ ਹਨ, ਫਿਜ਼ੀਕਲ ਅਤੇ ਹਿਊਮਨ, ਜਿਹੜੇ ਭੂਮੀ ਦੀ ਵਰਤੋਂ ਨੂੰ ਪ੍ਰਭਾਵਿਤ ਕਰਦੇ ਹਨ। ਉਹ ਕਿਹੜੇ ਕਾਰਕ ਹਨ, ਆਓ ਆਪਾਂ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾਂ ਫਿਜ਼ੀਕਲ ਫੈਕਟਰ ਕਿਹੜੇ ਆ। ਭਾਰਤ ਦੇ ਵਿੱਚ ਜਿਹੜੀ ਟੋਟਲ ਜੀਓਗ੍ਰਾਫੀਕਲ ਏਰੀਆ ਉਹ 3.28 ਮਿਲੀਅਨ ਹੈਕਟੇਅਰ ਹੈ। ਇਹ ਫਿਗਰ ਚਾਹੇ ਰੱਟਾ ਮਾਰ ਲਓ, ਯਾਦ ਕਰ ਲਓ। ਟੋਟਲ ਰਕਬਾ ਜਿਹੜਾ ਸਾਡਾ ਭੂਗੋਲਿਕ ਖੇਤਰਫਲ ਹੈ ਭਾਰਤ ਦਾ, ਉਹ 3.28 ਮਿਲੀਅਨ ਹੈਕਟੇਅਰ ਹੈ। ਔਰ ਇਸ ਵਿੱਚੋਂ ਸਿਰਫ 93% ਉਹ ਇਲਾਕਾ ਹੈ ਜਿਹਦੇ ਬਾਰੇ ਸਾਡੇ ਕੋਲ ਐਗਜ਼ੈਕਟ ਡਾਟਾ ਮੌਜੂਦ ਹੈ, ਜਿਹਦੇ ਬਾਰੇ ਅਸੀਂ ਲੈਂਡ ਯੂਜ਼ ਦਾ ਡਾਟਾ ਜਿਹੜਾ ਉਹ ਦੇ ਸਕਦੇ ਹਾਂ, ਕਿਤਾਬਾਂ 'ਚ ਦਿੱਤਾ ਹੋਇਆ ਜਾਂ ਜਿਹੜਾ ਸਰਵੇਅਰ ਜਨਰਲ ਆਫ ਇੰਡੀਆ ਉਹਨਾਂ ਕੋਲ ਹੈ। ਹੁਣ ਤੁਹਾਡੇ ਦਿਮਾਗ 'ਚ ਸਵਾਲ ਪੈਦਾ ਹੋਏਗਾ ਕਿ 7% ਜਿਹੜਾ ਏਰੀਆ ਆ ਉਹਦਾ ਡਾਟਾ ਸਾਡੇ ਕੋਲ ਕਿਉਂ ਨਹੀਂ ਹੈ। ਇਹ 7% ਖੇਤਰਫਲ ਉਹ ਖੇਤਰਫਲ ਹੈ ਜਿਹੜਾ ਜਾਂ ਤੇ ਪਾਕਿਸਤਾਨ ਦੇ ਗੈਰ ਕਾਨੂੰਨੀ ਕਬਜ਼ੇ ਹੇਠ ਹੈ, ਪਾਕਿਸਤਾਨ ਆਕਿਊਪਾਈਡ ਕਸ਼ਮੀਰ, ਜਿਸ ਦੀ ਰਾਜਧਾਨੀ ਮੁਜ਼ੱਫਰਾਬਾਦ ਹੈ, ਔਰ ਦੂਸਰਾ ਹੈ ਅਕਸਾਈ ਚਿਨ, ਜਿਹੜਾ ਚੀਨ ਦੇ ਗੈਰ ਕਾਨੂੰਨੀ ਕਬਜ਼ੇ ਹੇਠਾਂ ਇਲਾਕਾ ਹੈ। ਸਾਡਾ ਸਕਸ਼ਮ ਘਾਟੀ ਹੈ, ਸਾਡਾ ਇਲਾਕਾ ਚੀਨ ਦੇ ਗੈਰ ਕਾਨੂੰਨੀ ਕਬਜ਼ੇ 'ਚ ਹੈ। ਦੂਸਰੇ ਪਾਸੇ ਜਿਹੜੀਆਂ ਉੱਤਰ ਪੂਰਬੀ ਸੂਬੇ ਆ ਸਾਡੇ, ਖਾਸ ਕਰਕੇ ਅਸਮ ਨੂੰ ਛੱਡ ਕੇ ਬਾਕੀ ਅਰੁਣਾਚਲ ਪ੍ਰਦੇਸ਼, ਮਣੀਪੁਰ, ਮਿਜ਼ੋਰਮ, ਤ੍ਰਿਪੁਰਾ, ਇਹਨਾਂ ਸੂਬਿਆਂ ਦਾ ਐਗਜ਼ੈਕਟ ਜਿਹੜਾ ਸਾਡੇ ਕੋਲ ਡਾਟਾ ਜਿਹੜਾ ਹੈ ਉਹ ਅਵੇਲੇਬਲ ਨਹੀਂ ਹੈ। ਕੁਛ ਹੱਦ ਤੱਕ ਅਵੇਲੇਬਲ ਹੈ, ਪਰ ਇਹ ਜਿੰਨੇ ਵੀ ਸੂਬੇ ਹਨ ਇਹਨਾਂ ਦੀ ਜਿਹੜੀ ਸੀਮਾ ਹੈ, ਸਰਹੱਦ ਹੈ, ਉਹ ਬੰਗਲਾਦੇਸ਼ ਨਾਲ, ਮਿਆਂਮਾਰ ਦੇ ਨਾਲ ਲੱਗਦੀ ਹੈ। ਸੋ ਸਾਡੇ ਕੋਲ ਐਗਜ਼ੈਕਟ ਡਾਟਾ ਇਹਨਾਂ ਸੂਬਿਆਂ ਦਾ ਨਹੀਂ। ਇਸ ਕਰਕੇ 7% ਦਾ ਡਾਟਾ ਸਾਡੇ ਕੋਲ ਨਹੀਂ ਹੈ, 93% ਏਰੀਆ ਦਾ ਡਾਟਾ ਆ। ਸੋ ਇਹ ਜਿਹੜਾ ਲੈਂਡ ਯੂਜ਼ ਆ ਕਿੰਨਾ ਕਾਰਨਾਂ ਤੇ ਕਾਰਕਾਂ ਦੇ ਉੱਪਰ ਨਿਰਭਰ ਕਰਦਾ ਹੈ। ਉਹਦੇ ਵਿੱਚ ਹਨ ਸਭ ਤੋਂ ਪਹਿਲਾਂ ਤੇ ਧਰਾਤਲ, ਕਿ ਜਿਹੜੀ ਫਿਜ਼ੀਓਗ੍ਰਾਫੀ ਹੈ, ਜਿਹੜੀ ਲੈਂਡ ਫਾਰਮਸ ਹਨ ਉਹ ਕਿਸ ਤਰ੍ਹਾਂ ਦੇ ਹਨ। ਪਹਾੜੀ ਇਲਾਕਾ ਹੈ, ਉਹਦਾ ਜਿਹੜਾ ਵਰਤੋਂ ਹੈ ਕਿਸੇ ਹੋਰ ਤਰੀਕੇ ਨਾਲ ਹੋਏਗੀ। ਅਗਰ ਇਲਾਕਾ ਮੈਦਾਨੀ ਹੈ ਤਾਂ ਉਹਦੀ ਵਰਤੋਂ ਕਿਸੇ ਹੋਰ ਤਰੀਕੇ ਨਾਲ ਹੋਏਗੀ। ਹੁਣ ਪਹਾੜੀ ਇਲਾਕੇ ਦੇ ਵਿੱਚ ਜਿਹੜੀ ਖੇਤੀ ਕਰਨੀ ਉਹ ਸੌਖੀ ਨਹੀਂ ਹੈ। ਉੱਥੇ ਪੌੜੀ ਨੁਮਾ ਖੇਤ ਹੁੰਦੇ ਆ, ਸੀੜੀ ਨੁਮਾ ਖੇਤ ਜਿਹਨੂੰ ਅਸੀਂ ਕਹਿੰਦੇ ਹਾਂ ਹਿੰਦੀ ਦੇ ਵਿੱਚ, ਜਾਂ ਅੰਗਰੇਜ਼ੀ 'ਚ ਆਪਾਂ ਉਹਨੂੰ ਕੰਟੂਰ ਕਲਟੀਵੇਸ਼ਨ, ਸਟ੍ਰਿਪ ਫਾਰਮਿੰਗ ਵੀ ਕਹਿੰਦੇ ਹਾਂ।
सो पौड़ीनुमा खेत होंगे, बड़ा औखा है खेती करना उत्ते, जबकि मैदानी इलाका है, पंजाब का इलाका है, हरियाणे का इलाका है, पश्चिमी यूपी का इलाका है, ये पूरा समतल इलाका, प्लेन एरिया, खेतीबाड़ी करनी आसान है। सो पहाड़ी इलाके का लैंड यूज़ डिफरेंट तरीके का होएगा और जिहड़ा मैदानी इलाके का लैंड यूज़ डिफरेंट तरीके ना होएगा। अगर कोई रेगिस्तानी इलाका है तो उत्थे जाहिर जी गल कि जिहड़ियां मिट्टियां आ वो उपजाऊ नहीं हैं, जरखेज़ नहीं हैं, तो उन्हां दी जिहड़ी वरतों आ वो नहीं की जा सकती खेतीबाड़ी की करके। दूसरा है जलवायु, क्लाइमेटिक फैक्टर बड़े इंपॉर्टेंट हैं। जलवायु किसी भी फसल की बिजाई, उसकी जर्मीनेशन, पॉलीनेशन, उसकी ग्रोथ, उसकी कटाई के उपर सब तो वड्डा असर पाती है। सो धरातल तो बाद जो दूसरा वड्डा एक कारक है लैंड यूज़ को प्रभावित करने वाला, वो जलवायु है। कि अगर जलवायु हॉस्टाइल है, बहुत ज़्यादा बारिश पै रही है, जिस तरह मासिनरम है असम के या चेरापूंजी है, दुनिया सब तो ज़्यादा बारिश रिसीव करने वाले खेतर, उत्थे वसों भी औखी है, सैटलमेंट घट होणगियां, खेतीबाड़ी करनी भी औखी है। बहुत ज़्यादा ठंड है, सर्दी है, बारिश बिल्कुल नहीं पै रही, जिस तरह ठंडा रेगिस्तान है, लद्दाख का इलाका है साडा, उत्थे भी खेतीबाड़ी संभव नहीं है। सो जिहड़ा ये इलाके हैं ये जरखेज़ नहीं हैं। सो जलवायु अगर बैटर होएगी, सही होएगी, तो वो जरखेज़ ज़मीनां होणगियां। फिर ढलान है, अगर ढलान तिखी है, स्टीप स्लोप है, तो उत्थे उहदा लैंड यूज़ जिहड़ा वक्रे तरीके नाल होएगा, उत्थे सड़क बनाउणी भी औखी होएगी, उत्थे फार्मिंग करनी भी औखी होएगी, उत्थे कोई घर बनाउणा, होटल बनाउणा भी औखा होएगा। और वैसे भी तिखी ढलाना के उपर अगर कोई खेतर भूचालग्रस्त है, साइजमिक जोन दे विच आउंदा है, तो उत्थे जिहड़ा है वो खतरनाक होएगा उस इलाके च सैटलमेंट बनाउणा या वसो बनाउणा। अगर ढलान मंद है तो उत्थे उसारी करना कंपैरेटिवली थोड़ा ज़्यादा आसान होएगा कि उत्थे सड़क बनाउणी या होटल बनाउणे या घर बनाउणे कंपैरेटिवली जिहड़े आ वो ज़्यादा आसान होणगे। फिर जंगलों हेठ रकबा कितना, हुण जिथे जंगल होणगे, एरिया अंडर फॉरेस्ट है, उस खेतर दे उपर भी असी कुछ नहीं कर सकते, खेतीबाड़ी संभव नहीं है उत्थे, क्योंकि जंगलों हेठ रकबा है, जंगल कट्टने वैसे भी गैर कानूनी हैं। उत्थे वसों दा भी जिहड़ा रहना है वो आसान नहीं हुंदा। जिहड़े कबायली लोग रहिंदे हैं जंगलों दे विच, साडे छत्तीसगढ़ और मध्य प्रदेश, झारखंड, उड़ीसा, इन्हां सूबियां दे विच ਉਹ उस इलाके दे रहन दे जिहड़े आदी हो चुके हैं, सदियां तो उन्हां इलाकिਆਂ 'ਚ रह रहे हैं। या अंडमान निकोबार जिस तरह असी सैनीटल द्वीप एक आइलैंड है, वो उन्हां बाशिंदियां दा आइलैंड है, टापू है, ਜਿਹੜੇ अज तक बाहरी दुनिया तो बिल्कुल भी ना काफे हैं, ना वाकिफ हैं। मतलब कहण दा कि अजे तक बाहरी दुनिया, आधुनिक दुनिया बारे उन्हां लोकां नूं कोई ज्ञान नहीं है। वो अजे भी हंटिंग करके, शिकार करके अपना गुजारा कर रहे हैं। जंगलों के जिहड़े फल फ्रूट, नारियल वगैरह वो खा के अपना गुजारा करते, खेती का ज्ञान नहीं है। अगर कोई बाहरली दुनिया का व्यक्ति सैनीटल टापू के लोगों के नाल संपर्क करने की कोशिश भी करता है तो वो उन्होंने मार देंगे। सो ये बड़े फैक्टर है कि तुसी सैटलमेंट जिहड़ियां वो लैंड यूज़ किस तरह करना है। वो टापू साडे भारत का ही हिस्सा है, अंडमान निकोबार द्वीप समूह का हिस्सा है, निकोबार आइलैंड के नेड़े है। फिर है रेगिस्तानी या बंजर इलाका, जिस तरह मैं दस्या। सो इस इलाके की वरतों नहीं की जा सकती, ना तो सैटलमेंट वास्ते, ना खेतीबाड़ी वास्ते। या कोई डिस्प्यूटेड खेत्रफल है, विवादग्रस्त खिता है, जिवें पाकिस्तान के कब्जे वाला कश्मीर, मैं हुणे दस्या है कि वो गैर कानूनी ढंग नाल 1948 दे विच पाकिस्तान ने अपने कब्जे के हेठा लै लिया सीगा, और अक्साई चीन का इलाका जिहड़ा है वो सीड कर दिता सी चाइना नूं पाकिस्तान ने। सक्षम घाटी भी इस तरह है। सो इन्हां इलाकिਆਂ ਨੂੰ ਜਿਹੜਾ है ਅਸੀਂ लैंड यूज़ ਦੇ ਵਿੱਚ नहीं लैके आ सकते। दूसरा है शहरीकरण, मनुखी कारकां ਦੇ ਵਿੱਚ। ਹੁਣ ਤੁਸੀਂ देखो कि पिछले 50 ਸਾਲਾਂ ਦੇ ਵਿੱਚ ਜਿਹੜਾ शहरीकरण है, अर्बनाइजेशन है, वो बेतहाशा वधी है। ਅੱਜ ਪਿੰਡਾਂ ਦੇ ਵਿੱਚ ਤੁਸੀਂ ਆਪਣੇ आस-पास अगर ਝਾਤੀ ਮਾਰੋ ਤਾਂ ਤੁਸੀਂ देखो कि हर आमो खास इंसान ਜਿਹੜਾ है वो ਪਿੰਡ ਵਿੱਚ रहना पसंद नहीं कर रहा। बहुते पंजाब ਦੇ ਜਿਹੜੇ लोग हैं, खास करके ਜਿਹੜੀ नौजवान पीढ़ी है, वो इक्को रुझान उन्होंने बन गया है कि असी तो विदेशों च ही रहना है, विदेशों च ही जाना है, जो मर्जी हो जाए, चाहे साडियां ज़मीनां बाप दादियां दे बनाए हुए घर, उन्हों का कुछ भी हो जाए, उन्होंने कोई लेना देना नहीं है। सो
ਸ਼ਹਿਰਾਂ ਵੱਲ ਲੋਕੀ ਜਾ ਰਹੇ ਆ, ਬਾਹਰਲੇ ਮੁਲਕਾਂ ਵੱਲ ਜਾ ਰਹੇ ਆ, ਸੋ ਉਹਦੇ ਨਾਲ ਲੈਂਡ ਯੂਜ਼ ਬੜਾ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੁੰਦਾ ਹੈ। ਕਿਉਂਕਿ ਜਿਹੜੀ ਜ਼ਮੀਨ ਫਰਟਾਈਲ ਹੈ, ਜ਼ਰਖੇਜ਼ ਹੈ, ਖੇਤੀ ਅਧੀਨ ਲਿਆਂਦੀ ਜਾ ਸਕਦੀ ਹੈ, ਜਦੋਂ ਉਹਦਾ ਖੁਦ ਦਾ ਮਾਲਿਕ ਖੇਤੀ ਨਹੀਂ ਕਰੇਗਾ ਤੇ ਉਹਦੇ ਵਿੱਚ ਜਿਹੜੀ ਆਊਟਪੁੱਟ ਨਿਕਲਣੀ ਹੈ, ਜੋ ਝਾੜ ਨਿਕਲਣਾ ਹੈ, ਜੋ ਫਸਲ ਬੀਜੀ ਜਾਣੀ ਹੈ, ਉਹਦਾ ਤਰੀਕਾ ਢੰਗ ਉਹ ਬਿਲਕੁਲ ਜਿਹੜਾ ਉਹ ਬਦਲ ਜਾਣਾ, ਚੇਂਜ ਹੋ ਜਾਣਾ। ਵਸੋਂ ਬੜਾ ਵੱਡਾ ਫੈਕਟਰ ਹੈ। ਜਿਸ ਤਰ੍ਹਾਂ ਮੈਂ ਦੱਸਿਆ ਕਿ ਜਦੋਂ ਸ਼ਹਿਰਾਂ ਦੇ ਵਿੱਚ ਵਸੋਂ ਜ਼ਿਆਦਾ ਆ ਕੇ ਵਸ ਜਾਏਗੀ ਤਾਂ ਉਹਦਾ ਲੈਂਡ ਯੂਜ਼ ਚੇਂਜ ਹੋ ਜਾਏਗਾ। ਜਿਹੜਾ ਸ਼ਹਿਰਾਂ ਦੇ ਆਸ-ਪਾਸ ਸਬਅਰਬਨ ਏਰੀਆ ਹੈ ਜਿਹੜਾ ਖੁੱਲ੍ਹਾ ਏਰੀਆ ਹੈ, ਜਿੱਥੇ ਖੇਤ ਹਨ, ਮੈਦਾਨ ਹਨ, ਉਸ ਇਲਾਕੇ ਨੂੰ ਵੀ ਸਿੱਧੇ ਜਾਂ ਸਿੱਧੇ ਢੰਗ ਨਾਲ, ਕਾਨੂੰਨੀ ਜਾਂ ਗੈਰ ਕਾਨੂੰਨੀ ਢੰਗ ਨਾਲ ਕਲੋਨੀਆਂ ਦੇ ਹੇਠ, ਸੈਟਲਮੈਂਟ ਦੇ ਹੇਠ ਲਿਆਉਣ ਦੀ ਕੋਸ਼ਿਸ਼ ਕੀਤੀ ਜਾਏਗੀ ਔਰ ਜਾਰੀ ਹੈ, ਕੀਤੀ ਗਈ ਹੈ ਪਿਛਲੇ 50-70 ਸਾਲਾਂ ਦੇ ਵਿੱਚ। ਕਲਚਰਲ ਔਰ ਰਿਲੀਜੀਅਸ ਕਾਰਨ ਵੀ ਹਨ। ਲੈਂਡ ਯੂਜ਼ ਦੇ ਵਿੱਚ ਦੇਖੋ, ਸਾਡੇ ਕਲਚਰ ਜਾਂ ਸਾਡੇ ਧਰਮ ਦੇ ਵਿੱਚ ਪੰਜਾਬ ਦੀ ਅਗਰ ਮੈਂ ਗੱਲ ਕਰਾਂ ਤਾਂ ਪੰਜਾਬੀ ਜਿਹੜੇ ਹਨ ਉਹ ਪੰਜਾਬ ਦੇ ਵਿੱਚ ਬਿਲਕੁਲ ਵੀ ਤੰਬਾਕੂ ਜਾਂ ਭੰਗ ਜਾਂ ਅਫੀਮ ਦੀ ਖੇਤੀ ਜਿਹੜੀ ਆ ਉਹ ਕਰਨ ਦੇ ਵੱਲ ਬਿਲਕੁਲ ਵੀ ਉਹ ਉਸ ਗੱਲ ਨੂੰ ਉਹ ਮਨਾ ਕਰ ਦਿੰਦੇ, ਰਿਜੈਕਟ ਕਰ ਦਿੰਦੇ, ਕਿਉਂਕਿ ਸਾਡੇ ਧਰਮ, ਸਾਡੇ ਸੱਭਿਆਚਾਰ ਦੇ ਉਹ ਖਿਲਾਫ ਹੈ। ਜਦਕਿ ਦੂਸਰੇ ਸੂਬੇ ਸਾਡੇ ਗੁਆਂਢ ਦੇ ਵਿੱਚ, ਰਾਜਸਥਾਨ ਦੇ ਵਿੱਚ ਅਲਾਉਡ ਹੈ। ਆਂਧਰਾ ਪ੍ਰਦੇਸ਼ ਦੇ ਵਿੱਚ ਤੰਬਾਕੂ ਉਗਾਇਆ ਜਾਂਦਾ, ਬੜੇ ਵੱਡੇ ਤਰੀਕੇ ਨਾਲ ਉਗਾਇਆ ਜਾਂਦਾ ਹੈ। ਸੋ ਉਹਨਾਂ ਦਾ ਕਲਚਰ, ਉਹਨਾਂ ਦਾ ਸੱਭਿਆਚਾਰ ਇਸ ਗੱਲ ਨੂੰ ਮਨਜ਼ੂਰੀ ਦਿੰਦਾ ਹੈ। ਸਾਡਾ ਸੱਭਿਆਚਾਰ, ਸਾਡਾ ਕਲਚਰ ਇਸ ਗੱਲ ਦੀ ਮਨਜ਼ੂਰੀ ਨਹੀਂ ਦਿੰਦਾ। ਸੋ ਉਸ ਤਰੀਕੇ ਨਾਲ ਸਾਡਾ ਜਿਹੜਾ ਉਹ ਲੈਂਡ ਯੂਜ਼ ਹੈ ਉਹ ਚੇਂਜ ਹੋ ਜਾਂਦਾ ਹੈ। ਸੋ ਕ੍ਰੌਪਿੰਗ ਪੈਟਰਨ ਮੈਂ ਦੁਬਾਰਾ ਰਿਪੀਟ ਕਰ ਦਿੰਦਾ ਕਿ ਐਗਰੋ ਕਲਾਈਮੈਟਿਕ ਕੰਡੀਸ਼ਨ ਜਿਹੜੀਆਂ ਹਨ, ਖੇਤੀਬਾੜੀ ਦਾ ਜਿਹੜਾ ਹਿੱਸਾ ਹੈ ਉਹ ਕਿੰਨਾ ਹੈ, ਕੀਮਤਾਂ ਕਿੰਨੀਆਂ ਹਨ, ਉਹ ਫਾਇਦਾ ਕਿੰਨਾ ਹੈ, ਉਹ ਸਾਰਾ ਜਿਹੜਾ ਉਹ ਪ੍ਰਭਾਵਿਤ ਕੀਤਾ ਜਾਂਦਾ ਹੈ। ਦੈਨ ਪਿੰਡਾਂ ਵਿੱਚ ਜ਼ਮੀਨ ਦੀ ਵਰਤੋਂ ਸੰਬੰਧੀ ਜਿੰਨਾ ਵੀ ਰਿਕਾਰਡ ਹੈ ਉਹ ਭਾਰਤ ਦੇ ਸਰਵੇਅਰ ਜਨਰਲ ਦੁਆਰਾ ਸੰਭਾਲਿਆ ਜਾਂਦਾ ਹੈ। ਸੋ ਅਸੀਂ ਭੂਮੀ ਦੀ ਵਰਤੋਂ ਦੇ ਸਾਰੇ ਪੱਖ ਜਿਹੜੇ ਉਹ ਸ਼ਾਰਟ ਦੇ ਵਿੱਚ ਆਪਾਂ ਅੱਜ ਦੀ ਇਸ ਕਲਾਸ ਵਿੱਚ ਪੜ੍ਹਨ ਦੀ ਕੋਸ਼ਿਸ਼ ਕਰਾਂਗੇ। ਸੋ ਸਾਰਾ ਰਿਕਾਰਡ ਜਿਹੜਾ ਹੈ ਇੰਡੀਅਨ ਰੈਵਨਿਊ ਡਿਪਾਰਟਮੈਂਟ ਜਿਹੜਾ ਸੰਭਾਲਦਾ ਹੈ। ਜਿਹੜੇ ਤੁਹਾਡੇ ਪਿੰਡਾਂ ਦੇ ਪਟਵਾਰੀ ਹਨ ਜਾਂ ਫਿਰ ਤਹਿਸੀਲ ਪੱਧਰ ਤੇ ਕਾਨੂੰਗੋ ਹੁੰਦੇ ਹਨ ਜਾਂ ਫਿਰ ਜਿਹੜੇ ਤੁਹਾਡੇ ਮੈਜਿਸਟਰੇਟ ਐਸਡੀਐਮ ਵਗੈਰਾ ਹੁੰਦੇ ਹਨ, ਇਹ ਸਾਰਾ ਰਿਕਾਰਡ ਰੈਵਨਿਊ ਡਿਪਾਰਟਮੈਂਟ ਕੋਲ ਸੰਭਾਲਿਆ ਜਾਂਦਾ ਹੈ, ਨਾਇਬ ਤਹਿਸੀਲਦਾਰ ਔਰ ਤਹਿਸੀਲਦਾਰ ਦੇ ਪੱਧਰ ਤੇ। ਹੁਣ ਇੱਕ ਲੈਂਡ ਯੂਜ਼ ਕੈਟੇਗਰੀ ਤੁਹਾਡੇ ਸਾਹਮਣੇ ਇੱਕ ਪਾਈ ਡਾਇਗਰਾਮ ਹੈ। ਆਪਾਂ ਇਹ ਤੋਂ ਸਮਝਾਂਗੇ 1960-61 ਔਰ 2014-15 ਦੀ ਇੱਕ ਤੁਲਨਾਤਮਕ ਅਧਿਐਨ ਕਰਾਂਗੇ ਇਸ ਪਾਈ ਡਾਇਗਰਾਮ ਦੇ ਵਿੱਚ ਕਿ ਉਦੋਂ ਲੈਂਡ ਯੂਜ਼ ਕੀ ਸੀਗਾ ਤੇ ਅੱਜ ਲੈਂਡ ਯੂਜ਼ ਕੀ ਹੈਗਾ ਸਾਡਾ। ਤੁਸੀਂ ਦੇਖੋ ਕਿ 1960-61 ਦੇ ਵਿੱਚ ਜਿਹੜਾ ਨੈਟ ਸੋਨ ਏਰੀਆ ਸੀ, ਕੁੱਲ ਬੀਜਿਆ ਹੋਇਆ ਖੇਤਰ, ਉਹ 46.26% ਸੀਗਾ, 46.26%। ਜਦਕਿ 2014-15 ਵਿੱਚ ਇਹ ਘਟ ਕੇ 45.5% ਰਹਿ ਗਿਆ, ਯਾਨੀ ਕਿ ਘਟ ਗਿਆ, ਥੱਲੇ ਆ ਗਿਆ। ਜ਼ਿਆਦਾ ਫਰਕ ਤੇ ਨਹੀਂ ਪਿਆ ਪਰ ਥੋੜਾ ਜਿਹਾ ਫਰਕ ਪਿਆ। ਕਿਉਂ? ਕਿਉਂਕਿ ਸਾਡੇ ਭੂਮੀ ਦੀ ਹੋਰ ਵਰਤੋਂ ਜਿਹੜੀ ਆ ਉਹ ਹੋਣ ਲੱਗ ਗਈ। ਜਿਸ ਤਰ੍ਹਾਂ 1960-61 ਦੇ ਵਿੱਚ ਜੰਗਲਾਂ ਹੇਠ ਰਕਬਾ 18.11% ਸੀ, 18.11%। ਜਦਕਿ 2014-15 ਵਿੱਚ ਇਹ ਟੋਟਲ ਹੋ ਗਿਆ 23.3%। ਹੁਣ ਇੱਥੇ ਇੱਕ ਗੱਲ ਧਿਆਨ ਦਿਓ ਕਿ ਏਰੀਆ ਅੰਡਰ ਫੋਰੈਸਟ ਔਰ ਏਰੀਆ ਅੰਡਰ ਐਕਚੁਅਲ ਟਰੀ ਕਵਰ ਜਿਹੜਾ ਉਹ 'ਚ ਫਰਕ ਹੁੰਦਾ ਹੈ। ਏਰੀਆ ਅੰਡਰ ਫੋਰੈਸਟ ਉਹ ਏਰੀਆ ਵਾ ਜਿਹੜਾ ਕਿ ਜੰਗਲ ਉਗਾਉਣ ਵਾਸਤੇ ਸਰਕਾਰ ਨੇ ਨਿਰਧਾਰਿਤ ਕੀਤਾ, ਡੈਜ਼ਿਗਨੇਟ ਕੀਤਾ। ਇਹ ਜ਼ਰੂਰੀ ਨਹੀਂ ਕਿ ਉੱਥੇ ਜੰਗਲ ਹੋਣ, ਪਰ ਏਰੀਆ ਅੰਡਰ ਐਕਚੁਅਲ ਟਰੀ ਕਵਰ ਉਹ ਖੇਤਰ ਹੈ ਜਿੱਥੇ ਵਾਕਈ ਜਿਹੜੇ ਆ ਉਹ ਦਰਖਤ ਉੱਗੇ ਹੋਏ ਆ, ਜੰਗਲ ਉੱਗੇ ਹੋਏ ਆ। ਔਰ ਰਿਮੋਟ ਸੈਂਸਿੰਗ ਔਰ ਜਿਹੜਾ GIS ਟੈਕਨੋਲੋਜੀ ਹੈ, ਇਹਦੇ ਨਾਲ ਸਾਡੇ ਕੋਲ ਕਲੀਅਰ ਇੱਕ ਤਸਵੀਰ ਸਾਹਮਣੇ ਆ ਜਾਂਦੀ ਹੈ ਕਿ ਭਾਰਤ ਦੇ ਵਿੱਚ ਕਿੰਨਾ ਅਸਲ ਦੇ ਵਿੱਚ ਜੰਗਲਾਂ ਹੇਠ ਜਿਹੜਾ ਉਹ ਰਕਬਾ ਮੌਜੂਦ ਹੈਗਾ। ਸੋ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਜਿਹੜੀ ਬੈਰਨ ਲੈਂਡ ਹੈ, ਬੰਜਰ ਜ਼ਮੀਨ ਹੈ, ਅਨਕਲਚਰੇਬਲ ਵੇਸਟ ਲੈਂਡ ਹੈ, ਉਹਦੇ ਵਿੱਚ ਕਿੰਨੀ ਜ਼ਿਆਦਾ ਜ਼ਮੀਨ ਸੀ। 18.11% ਸਾਡੇ ਕੋਲ 1960-61 ਚ 5.5 ਰਹਿ ਗਈ। ਇਹਦੀ ਵਜ੍ਹਾ ਕਿ ਕਿਸਾਨ ਜਾਂ ਸਰਕਾਰ ਜਾਂ ਹਰ ਜਿਹੜਾ ਖੇਤੀ ਜਾਂ ਜ਼ਮੀਨ ਦੇ ਧੰਦੇ ਨਾਲ ਜੁੜਿਆ ਇਨਸਾਨ ਹੈ, ਉਹ ਜ਼ਮੀਨ ਦੇ ਇੱਕ ਇੰਚ, ਇੱਕ ਸੈਂਟੀਮੀਟਰ ਦੀ ਵਰਤੋਂ ਜਿਹੜੀ ਉਹ ਕਰਦਾ ਜਾਂ ਕਰਨੀ ਚਾਹੁੰਦਾ ਜਾਂ ਲੈ ਕੇ ਆਉਂਦਾ ਉਸ ਨੂੰ। ਸੋ 1960 ਤੋਂ ਬਾਅਦ ਅਸੀਂ ਕਾਫੀ ਸਾਰੀਆਂ ਜ਼ਮੀਨਾਂ ਜਿਹੜੀਆਂ ਕਿ ਜ਼ਰਖੇਜ਼ ਨਹੀਂ ਸਨ, ਬੰਜਰ ਸਨ, ਉਹਨਾਂ ਨੂੰ ਰੀਕਲੇਮ ਕਰਕੇ ਉਹਨਾਂ ਨੂੰ ਵਾਹੀ ਯੋਗ ਬਣਾਇਆ ਗਿਆ, ਖੇਤੀ ਯੋਗ ਬਣਾਇਆ ਗਿਆ, ਜੰਗਲਾਂ ਨੂੰ ਕੱਟ ਕੇ ਖੇਤੀ ਯੋਗ ਬਣਾਇਆ ਗਿਆ। ਕਿਉਂਕਿ ਜਿਸ ਤਰ੍ਹਾਂ ਆਪਾਂ ਸ਼ੁਰੂ 'ਚ ਗੱਲ ਕੀਤੀ ਸੀ ਕਿ ਸਾਡੀ ਜਿਹੜੀ ਜਨਸੰਖਿਆ ਹੈ, ਵਸੋਂ ਹੈ,
ਉਹ ਤੇ ਕਿੰਨੀ ਜ਼ਿਆਦਾ ਵੱਧ ਗਈ, ਜ਼ਮੀਨ ਘਟ ਗਈ। ਸੋ ਇੰਨੇ ਲੋਕਾਂ ਨੂੰ ਰੋਟੀ ਵੀ ਖਵਾਉਣੀ ਜਿਹੜੀ ਉਹ ਜ਼ਰੂਰੀ ਹੈ, ਔਰ ਕਿਸਾਨ ਜਿਹੜਾ ਹੈ ਉਹ ਦਿਨ ਰਾਤ ਮਿਹਨਤ ਕਰਕੇ ਉਹਨਾਂ ਲੋਕਾਂ ਦਾ ਜਿਹੜਾ ਉਹ ਢਿੱਡ ਉਹ ਭਰ ਰਿਹਾ ਹੈ। ਫੈਲੋਲੈਂਡ ਦੀ ਅਗਰ ਗੱਲ ਕਰੀਏ ਜਾਂ ਅੱਗੇ ਆਪਾਂ ਇਹ ਸਾਰਾ ਕੁਝ ਡਿਸਕਸ ਕਰਦੇ ਹਾਂ ਕਿ ਫੈਲੋਲੈਂਡ ਜਿਹੜੀ ਹੈ ਉਹ 3.73% ਸੀ ਔਰ 4.9% ਹੋ ਗਈ, ਵੱਧ ਗਈ ਸਾਡੀ। ਫੈਲੋਲੈਂਡ ਅਦਰ ਦੈਨ ਕਰੰਟ ਫੈਲੋ 3.50 ਸੀ, ਇਹ 3.6% ਘਟ ਗਈ ਹੈ ਵੀ। ਪਰਮਾਨੈਂਟ ਪਾਸਚਰ ਤੇ ਗ੍ਰੇਜ਼ਿੰਗ ਲੈਂਡ, ਚਰਾਗਾਹਾਂ ਜਿਹਨਾਂ ਨੂੰ ਆਪਾਂ ਕਹਿੰਦੇ ਆ, ਇਹ ਚਰਾਗਾਹਾਂ ਸਾਡੀਆਂ 4.71% ਏਰੀਆ ਸੀ, ਜ਼ਿਆਦਾ ਸੀ 1960-61 'ਚ, ਇਹ ਘਟ ਕੇ ਸਾਡੇ ਕੋਲ ਬੇਟਾ ਜਿਹੜੀ ਹੈ ਕਲਚਰ ਪਰਮਾਨੈਂਟ ਪਾਸਚਰ ਉਹ 3.3% ਰਹਿ ਗਈ। ਹੁਣ ਇਹ ਕਿਉਂ ਘਟੇ? ਇੱਕ ਤੇ ਕੈਟਲ ਦੀ ਗਿਣਤੀ ਜਾਂ ਦੁਧਾਰੂ ਪਸ਼ੂਆਂ ਦੀ ਗਿਣਤੀ ਸਾਡੇ ਮੁਲਕ 'ਚ ਘਟੀ ਹੈ। ਦੂਸਰੀ ਗੱਲ, ਕੁਝ ਫਸਲਾਂ ਜਿਹੜੀਆਂ ਜਿਵੇਂ ਬਾਜਰਾ, ਜਵਾਰ, ਇਹ ਫਸਲਾਂ ਅਸੀਂ ਐਜ਼ ਏ ਇਨਸਾਨ ਵੀ ਕੰਜ਼ਿਊਮ ਕਰਦੇ ਹਾਂ, ਇਹਦੀ ਰੋਟੀ ਖਾਂਦੇ ਹਾਂ, ਸਿਹਤ ਵਾਸਤੇ ਬਹੁਤ ਵਧੀਆ। ਪੰਜਾਬ 'ਚ ਲੋਕੀ ਖਾਂਦੇ ਸੀ 1960 ਤੋਂ 1950 ਤੋਂ ਪਹਿਲਾਂ, ਹੁਣ ਅਸੀਂ ਸਿਰਫ ਕਣਕ ਦੀ ਰੋਟੀ ਜਿਹੜੀ ਉਹ ਜ਼ਿਆਦਾ ਖਾ ਰਹੇ ਹਾਂ, ਜਦ ਕਿ ਕੋਦਰਾ, ਬਾਜਰਾ ਔਰ ਜਵਾਰ ਇਹ ਰੋਟੀ ਜਿਹੜੀ ਉਹ ਜ਼ਿਆਦਾ ਜਿਹੜੀ ਆ ਉਹ ਤਵਾਨਾਈ ਦਿੰਦੀ ਆ, ਜ਼ਿਆਦਾ ਨਿਊਟ੍ਰੀਸ਼ੀਅਸ ਹੈ ਸਾਡੀ ਸਿਹਤ ਲਈ। ਤੇ ਇਹ ਦੋਵੇਂ ਫਸਲਾਂ ਜਿਹੜੀਆਂ ਜਵਾਰ, ਬਾਜਰਾ ਐਜ਼ ਏ ਚਾਰੇ ਦੇ ਤੌਰ 'ਤੇ ਵੀ ਇਸਤੇਮਾਲ ਕੀਤੀਆਂ ਜਾਂਦੀਆਂ ਆ, ਜਿਹੜੇ ਸਾਡੇ ਰਾਜਸਥਾਨ, ਮਹਾਰਾਸ਼ਟਰ, ਤਾਮਿਲਨਾਡੂ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼ ਸੂਬੇ ਆ, ਉੱਥੇ ਉਗਾਈਆਂ ਜਾਂਦੀਆਂ। ਸੋ ਇਸ ਕਰਕੇ ਜਿਹੜਾ ਪਰਮਾਨੈਂਟ ਪਾਸਚਰ ਹੈ ਉਹ ਖੇਤੀਬਾੜੀ ਦੇ ਅਧੀਨ ਲਿਆਂਦਾ ਗਿਆ ਔਰ ਇਹ ਘਟ ਗਿਆ ਸਾਡਾ ਜਿਹੜਾ ਹੈਗਾ। ਜੰਗਲਾਂ ਹੇਠ ਰਕਬੇ ਦੀ ਆਪਾਂ ਗੱਲ ਕਰ ਲਈ ਹੈ। ਏਰੀਆ ਅੰਡਰ ਮਿਸਲੀਨੀਅਸ ਟਰੀ ਕ੍ਰੌਪ ਐਂਡ ਗਰੂਵਸ, ਸੋ ਇਹ ਸਾਡਾ ਤੁਸੀਂ ਦੇਖੋ ਕਿ ਘਟਿਆ, 1% ਰਹਿ ਗਿਆ 1.50 ਤੋਂ। ਸੋ ਇਹ ਤੁਹਾਡਾ ਟੋਟਲ ਇੱਕ ਕੰਪੈਰੇਟਿਵ ਸਟੱਡੀ ਸੀਗੀ ਕਿ 1960-61 ਤੋਂ ਲੈ ਕੇ ਹੁਣ ਤੱਕ ਸਾਡੀ ਜਿਹੜੀ ਜ਼ਮੀਨ ਹੈ ਉਹਦੀ ਵਰਤੋਂ ਜਿਹੜੀ ਆ ਉਹ ਕਿਸ ਢੰਗ ਨਾਲ ਬਦਲੀ ਆ। ਜ਼ਿਆਦਾ ਤੋਂ ਜ਼ਿਆਦਾ ਏਰੀਆ ਅਸੀਂ ਖੇਤੀਬਾੜੀ ਦੇ ਅਧੀਨ ਲਿਆਉਣ ਦੀ ਕੋਸ਼ਿਸ਼ ਕੀਤੀ ਆ ਔਰ ਫਰਟੀਲਾਈਜ਼ਰਸ ਦੇ ਨਾਲ ਔਰ ਪੈਸਟੀਸਾਈਡਸ ਦੇ ਨਾਲ, ਕੈਮੀਕਲ ਫਾਰਮਿੰਗ ਦੇ ਨਾਲ ਜਿਹੜਾ ਹੈ ਉਹ ਕਾਫੀ ਹੱਦ ਤੱਕ ਇਹ ਕਾਮਯਾਬੀ ਵੀ ਹਾਸਲ ਕੀਤੀ ਆ। ਹਾਲਾਂਕਿ ਇਹਦੀ ਜਿਹੜੀ ਕੀਮਤ ਹੈ ਬਹੁਤ ਵੱਡੀ ਅਦਾ ਕਰਨੀ ਪਈ ਆ, ਖਾਸ ਕਰਕੇ ਜੇ ਮੈਂ ਆਪਣੇ ਸੂਬੇ ਦੀ ਗੱਲ ਕਰਾਂ ਤਾਂ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਇਨਸੈਕਟੀਸਾਈਡ, ਪੈਸਟੀਸਾਈਡ ਜਾਂ ਫਰਟੀਲਾਈਜ਼ਰ ਯੂਜ਼ ਹੁੰਦੇ ਆ ਉਹ ਸਾਡੇ ਸੂਬੇ 'ਚ ਯੂਜ਼ ਹੁੰਦੇ ਆ, ਜਿਹਦੇ ਨਾਲ ਸਾਡੀਆਂ ਸਿਹਤਾਂ ਦਾ ਜਿਹੜਾ ਹੈ ਉਹ ਨਿਗਾਰ ਹੋਇਆ ਹੈ। ਅਸੀਂ ਆਪਣੀਆਂ ਥਾਲੀਆਂ ਦੇ ਵਿੱਚ ਕੈਮੀਕਲ ਖਾਣਾ ਖਾ ਰਹੇ ਹਾਂ, ਸਾਡੀਆਂ ਥਾਲੀਆਂ ਦੇ ਵਿੱਚ ਸਵਾਏ ਜ਼ਹਿਰ ਤੋਂ ਮੇਰਾ ਖਿਆਲ ਹੈ ਹੋਰ ਕੁਝ ਰਿਹਾ ਨਹੀਂ ਗਿਆ। ਸੋ ਸਬਜ਼ੀਆਂ ਜਾਂ ਅਨਾਜ ਉਹੀ ਤੁਹਾਡੀ ਸਿਹਤ ਵਾਸਤੇ ਮੁਫੀਦ ਹੈ ਜਿਹੜਾ ਘਰ ਦੇ ਵਿੱਚ ਬਿਨਾਂ ਪੈਸਟੀਸਾਈਡ ਦੇ, ਬਿਨਾਂ ਫਰਟੀਲਾਈਜ਼ਰ ਦੇ ਉਗਾਇਆ ਗਿਆ। ਸੋ ਜਿਨ੍ਹਾਂ ਦੇ ਘਰ ਵੀ ਥੋੜੀ ਜ਼ਮੀਨ ਹੈ, ਜਿਹੜੇ ਬੱਚੇ ਖੇਤੀ ਕਰਦੇ ਆ, ਉਹ ਇੰਨਾ ਜ਼ਰੂਰ ਕਰੋ ਕਿ ਜਿਹੜੀ ਖਾਣ ਵਾਲੀ ਸਬਜ਼ੀ ਹੈ, ਫਲ ਫਰੂਟ ਹੈ ਜਾਂ ਜੋ ਵੀ ਹੈ, ਕਣਕ ਹੈ ਜਾਂ ਝੋਨਾ, ਉਹ ਕੁਦਰਤੀ ਖੇਤੀ ਦੇ ਢੰਗ ਨਾਲ ਜਿਹੜਾ ਉਗਾ ਕੇ ਵਿਦਆਊਟ ਕੈਮੀਕਲ ਜਿਹੜੀ ਫਾਰਮਿੰਗ ਕੀਤੀ ਜਾਵੇ, ਤਾਂ ਹੀ ਸਾਡੀਆਂ ਸਿਹਤਾਂ ਜਿਹੜੀਆਂ ਉਹ ਬਚ ਸਕਦੀਆਂ। ਸੋ ਏਰੀਆ ਅੰਡਰ ਫੋਰੈਸਟ ਉਹ ਰਕਬਾ ਜਿੱਥੇ ਜੰਗਲ ਹੁੰਦੇ ਆ। ਇਹ ਜ਼ਰੂਰੀ ਨਹੀਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਦੋ ਤਰ੍ਹਾਂ ਦਾ ਏਰੀਆ ਹੁੰਦਾ, ਇੱਕ ਤੇ ਏਰੀਆ ਅੰਡਰ ਫੋਰੈਸਟ, ਦੂਸਰਾ ਏਰੀਆ ਅੰਡਰ ਐਕਚੁਅਲ ਟਰੀ ਕਵਰ। ਸੋ ਜੰਗਲਾਂ ਹੇਠ ਰਕਬਾ ਉਹ ਰਕਬਾ ਵਾ ਜਿਹੜਾ ਸਰਕਾਰ ਨੇ ਨਿਰਧਾਰਿਤ ਕੀਤਾ ਕਿ ਇੱਥੇ ਜੰਗਲ ਹੋਣ, ਪਰ ਇਹ ਜ਼ਰੂਰੀ ਨਹੀਂ ਕਿ ਉੱਥੇ ਜੰਗਲ ਹੋਣ ਵੀ। ਦੂਸਰਾ ਹੈ ਏਰੀਆ ਅੰਡਰ ਐਕਚੁਅਲ ਟਰੀ ਕਵਰ, ਅਸਲ ਜੰਗਲਾਂ ਹੇਠ ਰਕਬਾ ਜਿੱਥੇ ਕਿ ਬਾਕੀ ਜਿਹੜੇ ਦਰਖਤ ਬੀਜੇ ਗਏ। ਸੋ ਏਰੀਆ ਅੰਡਰ ਫੋਰੈਸਟ ਟੋਟਲ ਜਿਹੜਾ ਜੀਓਗ੍ਰਾਫੀਕਲ ਏਰੀਆ ਸਾਲ 2019 ਦੀ ਰਿਪੋਰਟ ਹੈ, ਇੰਡੀਅਨ ਫੋਰੈਸਟ ਸਰਵੇ ਦੀ ਰਿਪੋਰਟ, ਇਹਦੇ ਵਿੱਚ 24.56%, ਸੋ 24.56% ਏਰੀਆ ਜਿਹੜਾ ਸਾਡਾ ਏਰੀਆ ਅੰਡਰ ਫੋਰੈਸਟ ਵਿੱਚ। ਸਭ ਤੋਂ ਜ਼ਿਆਦਾ ਜਿਹੜੇ ਤੁਸੀਂ ਜੰਗਲ ਜਿਹੜੇ ਹੈਗੇ ਆ ਏਰੀਆ ਵਾਈਜ਼, ਮੱਧ ਪ੍ਰਦੇਸ਼ ਸਭ ਤੋਂ ਜ਼ਿਆਦਾ ਏਰੀਆ ਅੰਡਰ ਫੋਰੈਸਟ ਏਰੀਆ, ਦੂਸਰੇ ਨੰਬਰ ਤੇ ਅਰੁਣਾਚਲ ਪ੍ਰਦੇਸ਼, ਛੱਤੀਸਗੜ੍ਹ, ਉੜੀਸਾ ਔਰ ਮਹਾਰਾਸ਼ਟਰ। ਸੋ ਇਹ ਤੁਹਾਡੇ 5 ਸੂਬੇ ਹਨ ਜਿੱਥੇ ਸਭ ਤੋਂ ਜ਼ਿਆਦਾ ਜੰਗਲ ਹਨ। ਅਗਰ ਤੁਸੀਂ ਨਕਸ਼ਾ ਦੇਖੋ ਤਾਂ ਪੰਜਾਬ ਦੇ ਵਿੱਚ ਜੰਗਲ ਸਭ ਤੋਂ ਘੱਟ ਹੈ, 3.67% ਜਿਹੜੇ ਆ ਉਹ ਆਪਾਂ ਅੱਗੇ ਪੰਜਾਬ ਦੀ ਜਿਹੜੀ ਆ ਉਹ ਡਿਸਕਸ ਕਰ ਲੈਂਦੇ ਹੈਗੇ ਆ ਕਿ ਕਿਉਂ ਘੱਟ ਹੈ। ਸੋ ਟੋਟਲ ਜੀਓਗ੍ਰਾਫੀਕਲ ਏਰੀਆ ਤੁਸੀਂ ਦੇਖੋ ਪੰਜਾਬ ਦਾ ਇੰਨਾ ਹੈ 50,36 ਹੈਕਟੇਅਰ, ਤੇ ਇਹਦੇ ਵਿੱਚ ਸਿਰਫ 256,000 ਹੈਕਟੇਅਰ ਤੇ ਉੱਤੇ ਜੰਗਲ ਹੈ। ਨੈਟ ਜ਼ੋਨ ਏਰੀਆ ਸਾਡੇ ਕੋਲ 81% ਹੈ। ਸਾਡਾ ਟੋਟਲ ਪੰਜਾਬ ਦੇ ਖੇਤਰਫਲ ਦਾ 81.84% ਜਿਹੜਾ ਆ ਉਹ ਕੁੱਲ ਬੀਜਿਆ ਗਿਆ ਖੇਤਰ ਹੈ ਜਿੱਥੇ ਵਾਕਈ ਹੀ ਫਸਲਾਂ ਹੈਗੀਆਂ। ਔਰ ਵੇਸਟਲੈਂਡ, ਕਲਚਰੇਬਲ ਵੇਸਟਲੈਂਡ ਜਿਹੜੀ ਆ 69,000 ਜਿਹੜੀ ਹੈਗੀ ਆ ਹੈਕਟੇਅਰ ਹੈਗੀ ਆ। ਸੋ ਸਿਰਫ ਥੋੜੇ ਜਿਹੇ ਏਰੀਆਜ਼ ਪਠਾਨਕੋਟ,
ਹੁਸ਼ਿਆਰਪੁਰ ਦਾ ਏਰੀਆ, ਰੋਪੜ ਔਰ SCS ਨਗਰ ਮੋਹਾਲੀ, ਇਹੀ ਸਿਰਫ ਖਿੱਤਾ ਆ ਜਿੱਥੇ ਕਿ ਜੰਗਲ ਹੈਗੇ ਆ, ਅਦਰਵਾਈਜ਼ ਜੰਗਲ ਨਹੀਂ ਹੈਗੇ। ਵੈਰੀ ਡੈਂਸ ਫੋਰੈਸਟ ਜਿਹੜੇ ਆ 1.59% ਹੈ, ਬਹੁਤ ਸੰਘਣੇ ਜੰਗਲ ਇਹ ਪੰਜਾਬ ਦੇ ਵਿੱਚ ਹੈ, ਜੋ 2019 ਦਾ ਇੰਡੀਅਨ ਫੋਰੈਸਟ ਸਰਵੇ ਰਿਪੋਰਟ ਜਿਹੜੀ ਆਈ ਹੈ। ਵੈਰੀ ਡੈਂਸ ਬਹੁਤ ਸੰਘਣੇ ਸਿਰਫ 0.02% ਹੈ, ਓਪਨ ਫੋਰੈਸਟ 2.06, ਸਕ੍ਰਬ 0.07 ਤੇ ਨਾਨ ਫੋਰੈਸਟ ਏਰੀਆ ਜਿਹੜਾ ਸਾਡਾ ਉਹ 96.26% ਹੈ। 96.26% ਏਰੀਆ ਉਹ ਜੰਗਲਾਂ ਹੇਠ ਨਹੀਂ ਹੈਗਾ ਆਪਣੇ ਪੰਜਾਬ ਦੇ ਵਿੱਚ। ਸੋ ਜਿਸ ਤਰ੍ਹਾਂ ਮੈਂ ਦੱਸਿਆ ਕਿ ਐਂਟਾਇਰ ਬਾਕੀ ਜਿੰਨਾ ਵੀ ਖਿੱਤਾ ਹੈ, ਜਿੰਨੇ ਵੀ ਜ਼ਿਲ੍ਹੇ ਆ ਸਾਡੇ, ਉਹ ਉਹਨਾਂ ਦੇ ਵਿੱਚ ਜੰਗਲ ਨਹੀਂ ਹੈਗੇ। ਥੋੜ੍ਹੇ ਬਹੁਤੇ ਬੀੜ, ਗੁਰਦਿਆਲਪੁਰਾ, ਬੀੜ ਪੁਨਰਹੇੜੀ, ਛੱਤਬੀੜ, ਸੋ ਕੁਛ ਬੀੜਾਂ ਇੱਦਾਂ ਦੀਆਂ ਹੈਗੀਆਂ ਜਿਹੜੇ ਸਾਡੇ ਬਾਕੀ ਪੰਜਾਬ 'ਚ ਜਿੱਥੇ ਥੋੜ੍ਹੇ ਬਹੁਤੇ ਦਰਖਤ ਵਗੈਰਾ ਹੈਗੇ ਆ, ਪਰ ਅਦਰਵਾਈਜ਼ ਪੰਜਾਬ ਜਿਹੜਾ ਹੈ ਉਹ ਜੰਗਲਾਂ ਤੋਂ ਬਿਨਾਂ ਹੈ। ਲੈਂਡ ਨਾਟ ਅਵੇਲੇਬਲ ਫॉर ਕਲਟੀਵੇਸ਼ਨ, ਉਹ ਜ਼ਮੀਨ ਜਿਹੜੀ ਵਾਹੀਯੋਗ ਨਹੀਂ ਹੁੰਦੀ। ਉਹ ਕਿਹੜੀ ਜ਼ਮੀਨ ਹੁੰਦੀ ਹੈ? ਜਾਂ ਤੇ ਉਹ ਬੰਜਰ ਜ਼ਮੀਨ ਹੈ, ਜਾਂ ਰੇਗਿਸਤਾਨ ਦੇ ਅੰਦਰ ਹੈ, ਉਹ ਅਸੀਂ ਵਾਹੀਯੋਗ ਨਹੀਂ ਲੈ ਕੇ ਆ ਸਕਦੇ ਵਾਹੀ ਦੇ ਅੰਦਰ। ਪਹਾੜ ਹੋਣ ਜਾਂ ਇਮਾਰਤਾਂ ਹੋਣ, ਜਿਹੜੀ ਜਗ੍ਹਾ ਦੇ ਉੱਪਰ ਇਮਾਰਤਾਂ ਬਣ ਗਈਆਂ, ਰੇਲ ਲਾਈਨ ਬਣ ਗਈ, ਸੜਕਾਂ ਬਣ ਗਈਆਂ, ਸੈਟਲਮੈਂਟ ਬਣ ਗਈਆਂ, ਉੱਥੇ ਖੇਤੀ ਕਿੱਦਾਂ ਕਰੋਗੇ ਤੁਸੀਂ? ਛਾਤੇ ਕਰੋਗੇ। ਹਾਲਾਂਕਿ ਛਾਤੇ ਸਬਜ਼ੀਆਂ ਵਗੈਰਾ ਉਗਾ ਸਕਦੇ ਹੋ, ਪਰ ਖੇਤੀ ਤੇ ਨਹੀਂ ਕੀਤੀ ਜਾ ਸਕਦੀ ਐਕਸਟੈਂਸਿਵਲੀ। ਦੂਸਰਾ ਜਿਹੜੀ ਬੰਜਰ ਜ਼ਮੀਨ ਹੈ, ਜਿੱਥੇ ਜ਼ਮੀਨ ਉਪਜਾਊ ਨਹੀਂ ਹੈ ਜਾਂ ਪਾਣੀ ਦੀ ਅਵੇਲੇਬਿਲਿਟੀ ਨਹੀਂ ਹੈਗੀ, ਉਸ ਜ਼ਮੀਨ ਦੇ ਉੱਪਰ ਵੀ ਤੁਸੀਂ ਖੇਤੀ ਨਹੀਂ ਕਰ ਸਕਦੇ। ਸੋ ਇਹ ਆ ਜਾਂਦੀ ਹੈ ਲੈਂਡ ਨਾਟ ਅਵੇਲੇਬਲ ਫॉर ਕਲਟੀਵੇਸ਼ਨ। ਦੂਸਰੀ ਹੈ ਪਰਤੀ ਭੂਮੀ ਤੋਂ ਇਲਾਵਾ ਹੋਰ ਨਾ ਮਾਈਯੋਗ ਭੂਮੀ, ਅਦਰ ਅਨਕਲਟੀਵੇਟਡ ਲੈਂਡ ਐਕਸਕਲੂਡਿੰਗ ਫੈਲੋ ਲੈਂਡ। ਸੋ ਇਹ ਉਹ ਜ਼ਮੀਨ ਹੁੰਦੀ ਹੈ ਜੋ ਕਿਸੇ ਵੀ ਕਾਰਨ ਕਰਕੇ ਖਾਲੀ ਛੱਡੀ ਗਈ ਹੋਵੇ। ਇਸ ਵਿੱਚ ਭਵਿੱਖ ਵਿੱਚ ਵਰਤੋਂ ਲਿਆਉਣ ਲਈ ਖਾਲੀ ਛੱਡੀ ਭੂਮੀ, ਸਥਾਈ ਚਰਾਗਾਹਾਂ ਯਾਨੀ ਕਿ ਪਰਮਾਨੈਂਟ ਪਾਸਚਰ, ਤੇ ਦਰਖਤਾਂ ਹੇਠ ਭੂਮੀ ਯਾਨੀ ਕਿ ਏਰੀਆ ਅੰਡਰ ਟਰੀ ਕਵਰ ਆਉਂਦਾ ਹੈ, ਪਰ ਇਹਦੇ ਵਿੱਚ ਪਰਤੀ ਭੂਮੀ ਸ਼ਾਮਿਲ ਨਹੀਂ ਕੀਤੀ ਜਾਂਦੀ। ਸੋ ਜ਼ਰੂਰੀ ਨਹੀਂ ਹੈ ਕਿ ਇਹਨਾਂ ਕਾਰਨਾਂ ਕਰਕੇ ਜ਼ਮੀਨ ਜਿਹੜੀ, ਕਈ ਵਾਰੀ ਕਿਸਾਨ ਕੀ ਕਰਦੇ ਆ ਕਿ ਉਹ ਜ਼ਮੀਨ ਲਈ ਹੈ ਪਰ ਵਾਹੁਣ ਵਾਲਾ ਕੋਈ ਨਹੀਂ, ਠੇਕੇ ਤੇ ਵੀ ਨਹੀਂ ਦਿੱਤੀ, ਉੱਦਾਂ ਹੀ ਖਾਲੀ ਪਈ ਹੈ। ਵੈਸੇ ਤੇ ਪੰਜਾਬ ਦੇ ਕਿਸਾਨ ਜਿਹੜੇ ਖਾਸ ਕਰਕੇ ਜਿਹੜੇ ਇੱਥੇ ਰਹਿ ਰਹੇ ਆ ਪੰਜਾਬ ਦੇ ਵਿੱਚ, ਉਹ ਖੇਤੀ ਕਰ ਰਹੇ, ਪਰ ਜਿਹੜੇ ਜ਼ਮੀਨ ਆਪਣੀ ਠੇਕੇ ਦੇ ਕੇ ਚਲੇ ਗਏ, ਹੁਣ ਉਹਨਾਂ ਦੀ ਕਿਸ ਤਰੀਕੇ ਨਾਲ ਠੇਕੇ ਤੇ ਵਾਹੀ ਹੋ ਰਹੀ ਜਾਂ ਨਹੀਂ ਹੋ ਰਹੀ, ਇਹਦੇ ਬਾਰੇ ਕੋਈ ਪਤਾ ਨਹੀਂ ਹੈ। ਸੋ ਇਹ ਉਹ ਤੁਹਾਡੀ ਜ਼ਮੀਨ ਹੈ ਜਿਹੜੀ ਵਾਹੀਯੋਗ ਨਾ ਵਾਹੀਯੋਗ ਭੂਮੀ ਹੈ। ਪਰਤੀ ਭੂਮੀ, ਇਹ ਕੁਐਸਚਨ ਤੁਹਾਨੂੰ 2 ਨੰਬਰ 'ਚ 1 ਨੰਬਰ 'ਚ ਆ ਸਕਦਾ ਹੈ। ਇਹ 2 ਹਿੱਸਿਆਂ 'ਚ ਵੰਡੀ ਜਾਂਦੀ, ਇਹਨੂੰ ਅਸੀਂ ਅੰਗਰੇਜ਼ੀ 'ਚ ਫੈਲੋ ਲੈਂਡ ਕਹਿੰਦੇ ਹਾਂ। ਸੋ ਫੈਲੋ ਲੈਂਡ ਵਰਤਮਾਨ ਪਰਤੀ ਭੂਮੀ ਉਹ ਜ਼ਮੀਨ ਹੁੰਦੀ ਹੈ ਜਿਹੜੀ 1 ਸਾਲ ਤੋਂ ਘੱਟ ਸਮੇਂ ਲਈ ਖਾਲੀ ਛੱਡੀ ਹੋਵੇ। 1 ਸਾਲ ਤੋਂ ਘੱਟ, ਲੈਸ ਦੈਨ 1 ਈਅਰ। ਸੋ 1 ਸਾਲ ਤੱਕ ਉਹ ਜ਼ਮੀਨ ਜਿਹੜੀ ਕਿਸਾਨ ਖਾਲੀ ਛੱਡ ਦੇ ਤਾਂ ਕਿ ਇਹ ਆਪਣੀ ਉਪਜਾਊ ਸ਼ਕਤੀ ਦੁਬਾਰਾ ਹਾਸਲ ਕਰ ਲੇ, in order to regain its fertility, that land is known as fallow land. ਸੋ ਇਹ ਕਿਸਾਨ ਆਮ ਤੌਰ ਤੇ ਤੁਸੀਂ ਦੇਖੋ ਕਿ ਰਬੀ ਔਰ ਖਰੀਫ ਕ੍ਰੌਪ ਤੋਂ ਬਾਅਦ 'ਚ ਕਿਸਾਨ ਜਿਹੜੀ ਉਹ ਜ਼ਮੀਨ ਵਾਹ ਕੇ ਛੱਡ ਦਿੰਦਾ ਖਾਲੀ 2 ਮਹੀਨੇ ਵਾਸਤੇ। ਇਸ ਤੋਂ ਜ਼ਿਆਦਾ ਮਹੀਨੇ ਜਾਂ 2 ਮਹੀਨੇ ਤੋਂ ਜ਼ਿਆਦਾ ਤੇ ਖਾਲੀ ਛੱਡਦੇ ਨਹੀਂ ਹੈਗੇ। ਸੋ 1 ਸਾਲ ਤੋਂ ਘੱਟ ਸਮੇਂ ਵਾਸਤੇ ਜਿਹੜੀ ਜ਼ਮੀਨ ਵੀ ਖਾਲੀ ਛੱਡੀ ਹੋਵੇ ਉੱਤੇ ਕੋਈ ਵਾਹੀ ਨਾ ਕੀਤੀ ਜਾਵੇ ਤਾਂ ਕਿ ਉਹ ਆਪਣੀ ਉਪਜਾਊ ਸ਼ਕਤੀ ਹਾਸਲ ਕਰ ਲੇ, ਕਿਉਂਕਿ ਜਿਹੜੀ ਲੈਂਡ ਹੈ ਇਹ ਰੀਨਿਊਏਬਲ ਰਿਸੋਰਸ ਹੈ, ਨਵਿਆਉਣਯੋਗ ਸੋਮਾ ਹੈ, ਇਹ ਆਪਣੀ ਫਰਟੀਲਿਟੀ ਹਾਸਲ ਕਰ ਲੈਂਦਾ ਹੈ ਬਸ਼ਰਤੇ ਕਿ ਇਹਨੂੰ ਕੁਦਰਤੀ ਤੌਰ ਤੇ ਆਪਣੀ ਉਪਜਾਊ ਸ਼ਕਤੀ ਹਾਸਲ ਕਰਨ ਲਈ ਸਮਾਂ ਦਿੱਤਾ ਜਾਵੇ। ਸੋ ਉਹ ਜ਼ਮੀਨ ਜਿਹੜੀ ਹੈ ਉਹਨੂੰ ਅਸੀਂ ਫੈਲੋ ਲੈਂਡ ਕਹਿੰਦੇ ਹਾਂ। 2 ਤਰ੍ਹਾਂ ਦੀ ਹੈ, ਇੱਕ ਤੇ ਹੈ ਫੈਲੋ ਲੈਂਡ ਅਦਰ ਦੈਨ ਕਰੰਟ ਫੈਲੋ, ਜੋ 1 ਸਾਲ ਤੋਂ ਵੱਧ ਤੇ 5 ਸਾਲ ਤੋਂ ਜਿਹੜਾ ਹੈ 5 ਸਾਲ ਤੱਕ, 5 ਸਾਲ ਤੋਂ ਘੱਟ ਤੇ 1 ਸਾਲ ਤੋਂ ਜ਼ਿਆਦਾ, ਉਹਨੂੰ ਅਸੀਂ ਕਹਿੰਦੇ ਪੁਰਾਣੀ ਪਰਤੀ ਭੂਮੀ, ਫੈਲੋ ਲੈਂਡ ਅਦਰ ਦੈਨ ਕਰੰਟ ਫੈਲੋ। ਮਕਸਦ ਉਹੀ ਹੈ ਤਾਂ ਕਿ ਉਹ ਜ਼ਮੀਨ ਆਪਣੀ ਜਿਹੜੀ ਉਪਜਾਊ ਸ਼ਕਤੀ ਹਾਸਲ ਕਰ ਲੇ। ਸੋ 1 ਤੋਂ 5 ਸਾਲ ਤੱਕ ਜਿਹੜੀ ਜ਼ਮੀਨ ਖਾਲੀ ਛੱਡੀ ਆ ਉਹ ਓਲਡ ਫੈਲੋ ਜਾਂ ਫੈਲੋ ਅਦਰ ਦੈਨ ਕਰੰਟ ਫੈਲੋ ਦੀ ਕੈਟਾਗਰੀ 'ਚ ਆਉਂਦੀ ਹੈ। ਨੈਟ ਸੋਨ ਏਰੀਆ ਉਹ ਖਿੱਤਾ ਜਿਹੜਾ ਕਿ ਵਾਕਈ ਫਸਲਾਂ ਹੇਠ ਆਉਂਦਾ ਹੈ, ਜਿੱਥੇ ਵਾਕਈ ਫਸਲਾਂ ਬੀਜੀਆਂ ਗਈਆਂ। ਸੋ ਤੁਸੀਂ ਜਰਾ ਇੱਕ ਕੰਪੈਰੀਟਿਵ ਨਕਸ਼ੇ ਤੇ ਧਿਆਨ ਮਾਰੋ ਜਰਾ। ਇਹ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਨੇ ਇਹ ਜਿਹੜਾ ਨਕਸ਼ਾ ਉਹਦੀ ਤਸਵੀਰ ਖਿੱਚੀ ਹੋਈ ਹੈ ਕਿ ਸਾਲ 2005-6 ਦੇ ਵਿੱਚ ਸਾਡਾ ਤੁਸੀਂ ਲਾਈਟ ਕਲਰ ਦੇਖੋਗੇ ਆਪਣੇ ਨਕਸ਼ੇ ਦੇ ਵਿੱਚ ਕਿ ਘੱਟ ਗ੍ਰੀਨ ਹੈ, ਪਰ 2020-21 ਦੇ ਵਿੱਚ ਤੁਸੀਂ ਦੇਖੋ ਕਿ ਕਿੰਨਾ ਜ਼ਿਆਦਾ ਅਸੀਂ ਏਰੀਆ ਜਿਹੜਾ ਫੈਲੋ ਲੈਂਡ ਸੀ ਜਾਂ ਜਿਹੜਾ
ਉਹ ਜ਼ਮੀਨ ਜਿਹੜੀ ਕਿ ਅਸੀਂ ਨਹੀਂ ਲੈ ਕੇ ਆਉਂਦੇ ਸੀਗੇ ਖੇਤੀ ਦੇ ਅਧੀਨ, ਉਹ ਵੀ ਖੇਤੀ ਦੇ ਅਧੀਨ ਲਿਆ ਕੇ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਪ੍ਰੋਡਕਟਿਵਿਟੀ ਆ ਉਹ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਇੰਡੀਆ ਜਿਹੜਾ ਉਹ ਸਭ ਤੋਂ ਜ਼ਿਆਦਾ ਤੁਸੀਂ ਦੇਖੋ ਕਿ ਰੈਂਕ ਫਸਟ with 179.8 million hectare or 17 crore 19 lakh hectare of net cropland area according to US Geological Survey 2017। ਸੋ 2017 ਦਾ ਜਿਹੜਾ ਇੱਕ ਅਮਰੀਕਾ ਦੀ ਜਿਓਲੋਜੀਕਲ ਸਰਵੇ ਦਾ ਜਿਹੜਾ ਇੱਕ ਸਰਵੇ ਸੀਗਾ, ਉਹ ਕਹਿੰਦੇ ਕਿ ਟੋਟਲ 17 ਕਰੋੜ 98 ਲੱਖ ਹੈਕਟੇਅਰ ਅਸੀਂ ਜਿਹੜਾ ਹੈ ਉਹ ਕ੍ਰੌਪਲੈਂਡ ਹੈਗਾ ਸਾਡਾ। ਸੋ 58% ਆਬਾਦੀ ਭਾਰਤ ਦੀ ਸਿੱਧੇ ਜਾਂ ਸਿੱਧੇ ਤਰੀਕੇ ਨਾਲ ਖੇਤੀਬਾੜੀ ਤੇ ਡਿਪੈਂਡ ਕਰਦੀ ਹੈ, ਔਰ ਸਾਡੀ ਐਗਰੀਕਲਚਰ ਜਾਂ ਖੇਤੀਬਾੜੀ ਜਿਹੜੀ ਆ ਉਹ 16% GDP 'ਚ ਹਿੱਸਾ ਪਾਇਆ ਉਹਨੇ, ਆਲਮੋਸਟ 15.96% ਜਾਂ ਰਾਊਂਡ ਫਿਗਰ 'ਚ ਕਹਿ ਲਓ 16% GDP 'ਚ 2019 ਦੇ ਵਿੱਚ। ਸੋ ਇੱਥੇ ਕੁਐਸਚਨ ਜਿਹੜੇ ਉਹ ਤੁਹਾਡੇ ਕਿਸ ਤਰ੍ਹਾਂ ਦੇ ਬਣਦੇ ਆ, ਇੱਥੇ ਕੁਐਸਚਨ ਸਿੱਧੇ ਸਿੱਧੇ ਜਿਹੜੇ ਬਣਦੇ ਆ ਕਿ ਨੈਟ ਜ਼ੋਨ ਏਰੀਆ ਕੀ ਹੈ, ਕੁੱਲ ਬੀਜਿਆ ਗਿਆ ਖੇਤਰ ਕਿਹਨੂੰ ਕਹਿੰਦੇ ਆ। ਇਸ ਤੋਂ ਇਲਾਵਾ ਭਰਤੀ ਭੂਮੀ ਕਿਹੜੀ ਹੁੰਦੀ ਆ, ਪੁਰਾਣੀ ਭਰਤੀ ਭੂਮੀ ਕਿਹੜੀ ਆ ਤੇ ਨਵੀਂ ਭਰਤੀ ਭੂਮੀ ਕਿਹੜੀ ਹੈ, ਠੀਕ ਹੈ। ਸੋ ਇਹ ਸਾਰਾ ਕੁਝ ਜਿਹੜਾ ਹੈ ਉਹ ਜ਼ਿਆਦਾ ਕੁਝ ਬੜਾ ਸੌਖਾ ਆਸਾਨ ਇਹ ਟੌਪਿਕ ਹੈ। ਜੰਗਲਾਂ ਹੇਠ ਰਕਬਾ ਕਿੰਨਾ ਹੈ, ਏਰੀਆ ਅੰਡਰ ਐਕਚੁਅਲ ਟਰੀ ਕਵਰ ਕੀ ਹੈ, ਜਾਂ ਏਰੀਆ ਅੰਡਰ ਫੋਰੈਸਟ ਕਿੰਨਾ ਹੈ। ਸੋ ਇਹ ਸਾਰੇ ਨੂੰ ਇਹਦੇ ਉੱਪਰ ਛੋਟੇ ਕੁਐਸਚਨ ਤੁਹਾਡੇ ਬਣਨੇ ਆ। ਉਮੀਦ ਹੈ ਕਿ ਤੁਹਾਨੂੰ ਕਲਾਸ ਦੇ ਵਿੱਚ ਇਹ ਜਿਹੜੇ ਮੋਟੇ ਜਿਹੜੇ ਕੁਝ ਪੁਆਇੰਟ ਆ ਉਹ ਸਮਝ ਆਏ ਹੋਣਗੇ। ਇਹ ਵੀ ਆਪਾਂ ਕੀਤਾ ਹੈ ਕਿ ਪਾਈ ਡਾਇਗਰਾਮ ਦੇ ਵਿੱਚ ਕਿ ਸਨ 1960 ਦੇ ਵਿੱਚ ਸਾਡੀ ਜਿਹੜੀ ਲੈਂਡ ਯੂਜ਼ ਹੈ ਉਹ ਕਿਸ ਤਰ੍ਹਾਂ ਅਸੀਂ ਕਰ ਰਹੇ ਸੀ, ਤੇ 2015-16 ਦਾ ਸਾਡੇ ਕੋਲ ਲਾਸਟ ਡਾਟਾ ਅਵੇਲੇਬਲ ਹੈ। ਉਸ ਤੋਂ ਬਾਅਦ ਸਾਡੇ ਕੋਲ ਨਵਾਂ ਡਾਟਾ ਨਹੀਂ ਆਇਆ ਕਿ ਹੁਣ ਸਾਡੀ ਜਿਹੜੀ ਲੈਂਡ ਯੂਜ਼ ਹੈ ਉਹ ਕਿਸ ਤਰ੍ਹਾਂ ਹੋ ਰਹੀ ਹੈ। ਸੋ ਇਹਦੇ ਨਾਲ ਸੰਬੰਧਿਤ ਕੋਈ ਵੀ ਤੁਹਾਡੀ ਕੁਐਰੀ ਹੋਵੇ, ਕੋਈ ਪ੍ਰਸ਼ਨ ਹੋਵੇ, ਤਾਂ ਤੁਸੀਂ ਮੇਰੇ ਫੋਨ ਨੰਬਰ 9463686611 ਦੇ ਉੱਤੇ SMS ਕਰ ਸਕਦੇ ਹੋ WhatsApp ਦੇ ਉੱਪਰ, ਜਾਂ ਮੈਨੂੰ ਈਮੇਲ ਕਰ ਸਕਦੇ ਹੋ tejinder.kpt@gmail.com ਤੇ। ਸੋ ਅੱਜ ਦੀ ਕਲਾਸ ਨੂੰ ਆਰਾਮ ਨਾਲ ਧਿਆਨ ਨਾਲ ਸੁਣਨ ਲਈ ਸਾਰੇ ਬੱਚਿਆਂ ਦਾ ਔਰ ਉਹਨਾਂ ਦੇ ਬਹੁਤ ਹੀ ਰਿਸਪੈਕਟਡ ਅਧਿਆਪਕ ਸਾਥੀਆਂ ਦਾ ਬਹੁਤ ਸ਼ੁਕਰੀਆ। ਮੈਂ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ। ਸੋ ਮਿਲਾਂਗੇ ਅਗਲੀ ਕਲਾਸ ਦੇ ਵਿੱਚ, ਤਦ ਤੱਕ ਲਈ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।